ਸਪਨਾ ਚਾਮੜੀਆ ਦੀ ਡਾਇਰੀ ਰੂਪੀ ਕਿਤਾਬ ਵਿੱਚ ਅਗਲਾ ਸਿਰਲੇਖ ਹੈ ਵੰਗਾਰ ਦੀ ਪਰੰਪਰਾ। ਹੁਣ ਤਾਂ ਮੈਂ ਇਸ ਕੰਮ ਵਿੱਚ ਇੰਨੀ ਮਾਹਰ ਹੋ ਚੁੱਕੀ ਹਾਂ ਅਤੇ ਮੈਨੂੰ ਇਸ ਕੰਮ ਦੀ ਇੰਨੀ ਆਦਤ ਪੈ ਚੁੱਕੀ ਹੈ ਕਿ ਜੇਕਰ ਤੁਸੀਂ ਮੈਨੂੰ ਸੁੱਤੀ ਨੂੰ ਜਗਾ ਕੇ ਪੁੱਛੋਗੇ ਕਿ ਭਿੰਡੀਆਂ ਨੂੰ ਕਿਵੇਂ ਤੜਕਣਾ ਹੈ ਤਾਂ ਮੈਂ ਬਿਨਾਂ ਸੋਚਿਆਂ ਬੋਲਾਂਗੀ ਮੇਥੀ ਦਾਣੇ ਨਾਲ। ਮੈਂ ਕਿੰਨੀ ਵੀ ਦੁੱਖ ਤਕਲੀਫ ਵਿੱਚ ਹੋਵਾਂ, ਮੇਰੇ ਹੱਥ ਐਵੇਂ ਹੀ ਕੰਮ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਮੇਰੀ ਵੰਗਾਰ ਉੱਤੇ ਮੇਰੇ ਦੁੱਖਾਂ ਦਾ ਕੋਈ ਅਸਰ ਨਹੀਂ ਹੁੰਦਾ। ਸਗੋਂ ਸੱਚ ਤਾਂ ਇਹ ਹੈ ਕਿ ਮੈਨੂੰ ਹੁਣ ਇਸ ਵੰਗਾਰ ਦੇ ਕੰਮ ਨਾਲ ਪਿਆਰ ਹੋ ਗਿਆ ਹੈ। ਇਹ ਸੁਣ ਕੇ ਤੁਹਾਨੂੰ ਬਹੁਤ ਸਦਮਾ ਲੱਗਾ ਹੋਵੇਗਾ, ਕਿਉਂਕਿ ਤੁਸੀਂ ਸੋਚਿਆ ਹੋਣਾ ਕਿ ਮੈਂ ਇਸ ਵੰਗਾਰ ਨੂੰ ਸਿਰਫ ਨਫ਼ਰਤ ਕਰਦੀ ਹਾਂ ਅਤੇ ਇਹੀ ਦੁੱਖ ਸਾਂਝਾ ਕਰਨਾ ਚਾਹੁੰਦੀ ਹਾਂ। ਪਰ ਮੈਂ ਜੋ ਪਿਆਰ ਦੀ ਗੱਲ ਕਰ ਰਹੀ ਹਾਂ, ਇਹ ਹੋਰ ਵੀ ਹੈਰਾਨੀ ਅਤੇ ਖਤਰਨਾਕ ਹੈਰਾਨੀ ਦੀ ਗੱਲ ਹੈ। ਇਹ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੇਰਾ ਜੀਵਨ ਇਸ ਤਰ੍ਹਾਂ ਦੇ ਹੈਰਾਨੀਜਨਕ ਹਾਦਸਿਆਂ ਨਾਲ ਭਰਿਆ ਹੋਇਆ ਹੈ। ਜਦੋਂ ਮੈਂ ਇਸ ਘਰ ਵਿੱਚ ਨਵੀਂ ਆਈ ਸੀ ਤਾਂ ਮੇਰਾ ਇਸ ਵੰਗਾਰ ਨਾਲ ਆਤਮਿਕ ਸੰਬੰਧ ਸਥਾਪਿਤ ਨਹੀਂ ਹੋ ਸਕਿਆ ਸੀ। ਮੇਰੇ ਹੱਥਾਂ ਨੂੰ ਇਸ ਵੰਗਾਰ ਦੀ ਆਦਤ ਨਾ ਹੋਣ ਕਾਰਨ ਕਦੇ ਮੇਰੇ ਹੱਥੋਂ ਕੋਈ ਭਾਂਡਾ ਛੁੱਟ ਜਾਂਦਾ, ਕਦੇ ਝਾੜੂ ਅਤੇ ਕਦੇ ਤਾਂ ਮੈਂ ਆਪ ਵੀ ਡਿੱਗ ਪੈਂਦੀ ਸੀ। ਮੇਰੇ ਸਾਹਮਣੇ ਮਾਲਕਾਂ ਦੀ ਪੰਚਾਇਤ ਹੁੰਦੀ ਜੋ ਮੇਰੇ ਬਾਜ਼ਾਰ ਜਾਣ ਉੱਤੇ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਉੱਤੇ ਪੰਚਾਇਤ ਬਿਠਾਉਂਦੀ, ਫੈਸਲੇ ਸੁਣਾਉਂਦੀ ਅਤੇ ਫਤਵੇ ਜਾਰੀ ਕਰਦੀ। ਜਦੋਂ ਮੈਂ ਘਰ ਵਾਪਸ ਆਉਂਦੀ ਤਾਂ ਮੈਨੂੰ ਘਰ ਦਾ ਮਾਹੌਲ ਕੁਝ ਘੁਟਿਆ, ਕੱਸਿਆ ਅਤੇ ਬਦਰੰਗ ਜਿਹਾ ਲੱਗਦਾ। ਮੈਂ ਕੋਈ ਸਵਾਲ ਵੀ ਨਹੀਂ ਸੀ ਕਰ ਸਕਦੀ, ਕਿਉਂਕਿ ਮੈਂ ਬਚਪਨ ਤੋਂ ਸੁਣਦੀ ਆ ਰਹੀ ਹਾਂ ਕਿ ਸਵਾਲ ਮੇਰੇ ਮੂੰਹ ਲਈ ਨਹੀਂ ਹਨ। ਪਰ ਇਹਨਾਂ ਵਿੱਚੋਂ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੰਗਾਰ ਦੀ ਪਰੰਪਰਾ ਨੂੰ ਮੈਂ ਬਹੁਤ ਛੇਤੀ ਆਤਮਸਾਤ ਕਰ ਲਿਆ। ਜਿਵੇਂ ਚਿੜੀ ਦਾ ਬੱਚਾ ਉੱਡਣਾ ਸਿੱਖ ਜਾਂਦਾ ਹੈ, ਸੱਪ ਦਾ ਬੱਚਾ ਕੱਟਣਾ, ਫੁੱਲ ਦਾ ਖਿੜਨਾ ਅਤੇ ਗਰਮੀ ਤੋਂ ਬਾਅਦ ਮੀਂਹ ਦਾ ਵਰ੍ਹਨਾ, ਠੀਕ ਉਸੇ ਤਰ੍ਹਾਂ ਇੱਕ ਔਰਤ ਦੀ ਧੀ ਨੇ ਵੰਗਾਰ ਵਾਲੇ ਰਜਿਸਟਰ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ। ਇਸ ਰਜਿਸਟਰ ਬਾਰੇ ਤਾਂ ਤੁਸੀਂ ਜ਼ਰੂਰ ਜਾਣਦੇ ਹੋਵੋਗੇ, ਜਿਸ ਵਿੱਚ ਅੰਗੂਠਾ 500 ਤੇ ਲਗਵਾਇਆ ਜਾਂਦਾ ਹੈ ਅਤੇ ਮਿਲਦੇ ਨੇ 50 ਰੁਪਏ। ਹੁਣ ਮੈਨੂੰ ਇਹ ਸੋਚ ਕੇ ਵੀ ਸ਼ਰਮ ਆਉਂਦੀ ਹੈ ਕਿ ਮੈਂ ਖੁਦ ਇਸ ਵੰਗਾਰ ਦੀ ਪਰੰਪਰਾ ਵਿੱਚ ਆਉਣ ਲਈ ਕਿੰਨੀ ਕਾਹਲੀ ਸੀ। ਨਵੇਂ ਕੱਪੜੇ, ਗਹਿਣੇ ਖਰੀਦਣਾ, ਨਵੇਂ ਘਰ ਦੇ ਸੁਪਨਿਆਂ ਵਿੱਚ ਡੁੱਬੇ ਰਹਿਣਾ, ਫਜ਼ੂਲ ਦਾ ਹਾਸਾ ਅਤੇ ਮਸ਼ਕਰੀਆਂ। ਇਸ ਤੋਂ ਪਹਿਲਾਂ ਕਿ ਦੁਨੀਆ ਦੇ ਹੋਰ ਰੰਗ ਮੇਰੇ ਉੱਤੇ ਖੁੱਲ੍ਹ ਖਿੜ ਸਕਦੇ, ਗਹਿਰੇ ਲਾਲ ਰੰਗ ਨੇ ਮੈਨੂੰ ਆਪਣੇ ਵਿੱਚ ਲਪੇਟ ਲਿਆ। ਮੇਰੇ ਘਰਾਣੇ ਦੀ ਇੱਕ ਬਹੁਤ ਸੁਖੀ ਅਤੇ ਸੰਪੰਨ ਔਰਤ ਕਦੇ ਬਹੁਤ ਨਿਰਾਸ਼ ਅਤੇ ਦੁਖੀ ਅਵਸਥਾ ਵਿੱਚ ਆਪਣੇ ਮੌਜੂਦਾ ਮਾਲਕ ਦਾ ਨਾਮ ਲੈ ਕੇ ਆਖਦੀ ਹੈ ਕਿ ਹੇ ਰੱਬਾ, ਮੈਨੂੰ ਅਗਲੇ ਜਨਮ ਵਿੱਚ ਨਾ ਇਸ ਘਰ ਦੀ ਬਹੂ ਬਣਾਈ, ਨਾ ਇਸ ਬੰਦੇ ਦੀ ਪਤਨੀ। ਤੇ ਮੈਂ ਸੋਚਦੀ ਹਾਂ ਕਿ ਇਸ ਘਰ ਜਾਂ ਉਸ ਘਰ, ਇਹ ਆਦਮੀ ਜਾਂ ਉਹ ਆਦਮੀ, ਬਹੂ ਬਣਨਾ ਜਾਂ ਪਤਨੀ ਬਣਨਾ ਜਾਂ ਬਿਨਾਂ ਤਿਆਰੀ ਦੇ ਮਾਂ ਬਣਨਾ ਵੀ ਕਿਸੇ ਬਹੁਤ ਵੱਡੇ ਸੁਭਾਗ ਦੀ ਗੱਲ ਨਹੀਂ ਹੈ। ਮੈਂ ਸੁਚੇਤ ਰੂਪ ਵਿੱਚ ਇਹ ਕਹਿ ਰਹੀ ਹਾਂ ਕਿ ਸਾਡੇ ਸਮਾਜ ਨੇ ਹੁਣ ਤੱਕ ਇਸਤਰੀ ਦੀ ਕਿਸੇ ਭੂਮਿਕਾ ਦੀ ਤਿਆਰੀ ਹੀ ਨਹੀਂ ਕੀਤੀ ਹੈ, ਨਾ ਹੀ ਮਾਂ ਬਣਨ ਦੀ, ਜਿਸ ਦਾ ਬਹੁਤ ਗੁਣਗਾਨ ਕੀਤਾ ਜਾਂਦਾ ਹੈ। ਅੱਜ ਆਪਣੀ ਕਲਮ ਨਾਲ ਮੈਂ ਆਪਣੇ ਵਕਤ ਵਿੱਚ ਜੋ ਵੀ ਲਿਖਾਂਗੀ ਸੱਚ ਲਿਖਾਂਗੀ। ਮੈਂ ਕਈ ਵਾਰ ਇਹਨਾਂ ਮਾਲਕਾਂ ਦੇ ਰਾਜ ਵਿੱਚ ਰਹਿੰਦਿਆਂ ਸੋਚਿਆ ਕਿ ਜੇ ਮੈਂ ਆਪਣਾ ਮਾਲਕ ਬਦਲ ਲਵਾਂ। ਮੈਂ ਖੁੱਲ੍ਹੀਆਂ ਅੱਖਾਂ ਨਾਲ ਕਲਪਨਾ ਵੀ ਕੀਤੀ ਅਤੇ ਈਮਾਨ ਨਾਲ ਆਖਦੀ ਹਾਂ ਕਿ ਮੈਂ ਆਪਣੇ ਆਪ ਨੂੰ ਉੱਥੇ ਹੀ ਵੇਖਿਆ। ਉਹੀ ਭੀੜੀ ਰਸੋਈ, ਉਹੀ ਬਿਸਤਰ, ਉਹੀ ਵੰਗਾਰ, ਉਹੀ ਦਿਨ ਤੇ ਉਹੀ ਰਾਤ। ਮੈਨੂੰ ਥੋੜ੍ਹਾ ਅਹਿਸਾਸ ਹੋਣ ਲੱਗ ਪਿਆ ਹੈ ਕਿ ਮਾਲਕ ਬਦਲਣ ਨਾਲ ਕੁਝ ਨਹੀਂ ਹੋਵੇਗਾ, ਮੈਨੂੰ ਵੰਗਾਰ ਦੀ ਪਰੰਪਰਾ ਬਦਲਣੀ ਪਵੇਗੀ।
ਅਗਲਾ ਸਿਰਲੇਖ ਹੈ ਕੀ ਹਾਂ ਮੈਂ, ਗਾਂ, ਭੇਡ, ਬੱਕਰੀ, ਪਰੀ। ਮੇਰੇ ਘਰਾਣੇ ਦੀ ਇੱਕ ਔਰਤ ਨੂੰ ਰਾਤ ਨੂੰ ਡਰ ਲੱਗਦਾ ਹੈ। ਰਾਤ ਹੁੰਦਿਆਂ ਹੀ ਉਸਨੂੰ ਬਹੁਤ ਘਬਰਾਹਟ ਹੋਣ ਲੱਗਦੀ ਹੈ। ਉਹ ਆਖਦੀ ਹੈ, ਮੈਨੂੰ ਆਪਣੇ ਕਮਰੇ ਵਿੱਚ ਜਾਣ ਤੋਂ ਡਰ ਲੱਗਦਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਬਹੁਤ ਕਾਲੀ ਹਨੇਰੀ ਗੁਫਾ ਵਿੱਚ ਵੜ ਰਹੀ ਹੋਵਾਂ ਅਤੇ ਮਨ ਹੀ ਮਨ ਸੋਚਦੀ ਹਾਂ ਕਿ ਬਸ ਅੱਜ ਦੀ ਰਾਤ ਬਚ ਜਾਵਾਂ। ਪਰ ਨਹੀਂ, ਜਦੋਂ ਇਹ ਵੰਗਾਰ ਦਾ ਪਟਾ ਗਲ ਵਿੱਚ ਪੈ ਜਾਂਦਾ ਹੈ ਤਾਂ ਦਿਨ ਅਤੇ ਰਾਤ ਦਾ ਭੇਦ ਮਿਟ ਜਾਂਦਾ ਹੈ। ਸਵੇਰੇ 5 ਵਜੇ ਜਦੋਂ ਮੁਰਗਾ, ਗਧਾ, ਕੁੱਤਾ, ਬੈਲ, ਗਾਂ ਅਤੇ ਪੰਛੀ ਪੰਖੇਰੂ ਉੱਠਦੇ ਨੇ, ਮੈਂ ਵੀ ਉੱਠ ਜਾਂਦੀ ਹਾਂ ਅਤੇ ਫਿਰ ਸਾਰਾ ਦਿਨ ਟਿਕਣਾ ਨਹੀਂ ਮਿਲਦਾ। ਕਦੇ ਮਾਲਕ, ਕਦੇ ਉਸਦੇ ਬੱਚੇ ਅਤੇ ਕਦੇ ਉਸਦੇ ਰਿਸ਼ਤੇਦਾਰਾਂ ਦੇ ਹੁਕਮਾਂ ਦੀ ਪਾਲਣਾ ਕਰਦੀ ਭੱਜੀ ਫਿਰਦੀ ਰਹਿੰਦੀ ਹਾਂ। ਇੱਕ ਹੀ ਦਿਨ ਵਿੱਚ ਬਦਲ ਬਦਲ ਕੇ ਕਈ ਬੋਲੀਆਂ ਬੋਲਦੀ ਹਾਂ। ਸੱਚ ਮੰਨੋ ਤਾਂ ਇੱਕ ਹੀ ਦਿਨ ਵਿੱਚ ਮੈਂ ਕਈ ਜੂਨਾਂ ਭੋਗਦੀ ਹਾਂ। ਮੁਰਗੇ ਵਾਂਗ ਸਵੇਰੇ ਜਲਦੀ ਉੱਠਦੀ ਹਾਂ। ਕੰਮ ਵਿੱਚ ਮੈਨੂੰ ਤੁਸੀਂ ਗਧਾ ਜਾਂ ਬੈਲ ਸਮਝ ਸਕਦੇ ਹੋ। ਖਾਣ ਦੇ ਮਾਮਲੇ 'ਚ ਕੁੱਤਾ, ਗਾਂ ਵਾਂਗੂ ਸਿੱਧੀ ਅਤੇ ਰਾਤ ਹੁੰਦਿਆਂ ਹੀ ਮੈਨੂੰ ਇੱਕ ਖੂਬਸੂਰਤ ਪਰੀ ਵਿੱਚ ਬਦਲਣਾ ਪੈਂਦਾ ਹੈ, ਜਿਸ ਨੂੰ ਆਪਣੇ ਮਾਲਕ ਦੇ ਹਰ ਠੀਕ ਗਲਤ ਹੁਕਮ ਦੀ ਪਾਲਣਾ ਕਰਨ ਦਾ ਹੁਨਰ ਆਉਂਦਾ ਹੋਵੇ। ਬਹੁਤ ਅਜੀਬ ਗੱਲ ਹੈ, ਜਦੋਂ ਵੀ ਮੈਂ ਆਪਣੇ ਬਾਰੇ ਕੁਝ ਕਹਿਣ ਲੱਗਦੀ ਹਾਂ, ਮੇਰੇ ਘਰਾਣੇ ਦੀ ਕੋਈ ਨਾ ਕੋਈ ਔਰਤ ਮੇਰੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ। ਇਹ ਔਰਤ ਪਹਿਲਾਂ ਮੇਰੇ ਤੋਂ ਝਿਜਕਦੀ ਹੈ, 10-15 ਮਿੰਟ ਆਪਣੇ ਮਾਲਕ ਦੀ ਬੇਹੱਦ ਪ੍ਰਸ਼ੰਸਾ ਕਰਦੀ ਹੈ, ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਸੁਖੀ ਔਰਤ ਸਾਬਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਇਸ ਦਰਮਿਆਨ ਮੈਂ ਉਸਦਾ ਹੱਥ ਹੌਲੀ ਜਿਹੀ ਫੜ ਲੈਂਦੀ ਹਾਂ। ਜਦੋਂ ਮੇਰੇ ਸਖਤ ਅਤੇ ਕਠੋਰ ਹੱਥ ਉਹਨੂੰ ਦੱਸ ਦਿੰਦੇ ਨੇ ਕਿ ਮੈਂ ਵੀ ਉਸ ਵਾਂਗੂ ਨਿਊਨਤਮ ਮਜ਼ਦੂਰੀ ਨਾ ਪਾਉਣ ਵਾਲੇ ਵੰਗਾਰੀ ਵਰਗ ਨਾਲ ਹੀ ਸੰਬੰਧਿਤ ਹਾਂ, ਤਾਂ ਉਹ ਅਚਾਨਕ ਆਪਣੇ ਚਿਹਰੇ ਤੋਂ ਨਕਾਬ ਲਾ ਸੁੱਟਦੀ ਹੈ ਅਤੇ ਮੈਥੋਂ ਪੁੱਛਦੀ ਹੈ, ਮੇਰੀ ਕਹਾਣੀ ਲਿਖੇਂਗੀ? ਮੈਨੂੰ ਸੋਚਣਾ ਅਤੇ ਜਾਣਨਾ ਪਵੇਗਾ ਕਿ ਇਨਸਾਨ ਬਣਨ ਤੋਂ ਪਹਿਲਾਂ ਔਰਤ ਦੀ ਕਹਾਣੀ ਕਿਵੇਂ ਬਣੀ। ਅਗਲਾ ਸਿਰਲੇਖ ਹੈ ਯਾਤਰਾ। ਮੈਂ ਜਾਣਦੀ ਹਾਂ ਕਿ ਮੈਂ ਜੋ ਲਿਖ ਰਹੀ ਹਾਂ ਇਸ ਵਿੱਚ ਕੋਈ ਲਗਾਤਾਰਤਾ ਜਾਂ ਠੀਕ ਪ੍ਰਬੰਧ ਨਹੀਂ ਹੈ। ਬਸ ਐਵੇਂ ਕੁਝ ਇੱਥੋਂ ਚੱਕਿਆ, ਕੁਝ ਉੱਥੋਂ, ਜੋ ਵੀ ਯਾਦ ਆਇਆ ਪੰਨਿਆਂ ਤੇ ਉਕਰ ਦਿੱਤਾ। ਦਰਅਸਲ ਸਮਾਂ ਮੇਰੇ ਨਾਲ ਨਹੀਂ ਚੱਲਦਾ। ਮੈਨੂੰ ਭੱਜ ਭੱਜ ਕੇ ਸਮੇਂ ਨੂੰ ਫੜਨਾ ਪੈਂਦਾ ਹੈ। ਫਿਰ ਵੀ ਮੈਨੂੰ ਕਦੇ ਪੂਰਾ ਵਕਤ ਨਹੀਂ ਮਿਲਿਆ, ਸਗੋਂ ਮੈਂ ਕਦੇ ਨਜ਼ਰ ਭਰ ਕੇ ਆਪਣੇ ਵਕਤ ਨੂੰ ਦੇਖਿਆ ਹੀ ਨਹੀਂ। ਮੇਰੇ ਕਈ ਜਾਣਕਾਰ ਸ਼ਿਕਾਇਤ ਕਰਦੇ ਹਨ ਕਿ ਮੈਂ ਜਦੋਂ ਫੋਨ ਚੁੱਕਦੀ ਹਾਂ ਤਾਂ ਮੇਰੀ ਆਵਾਜ਼ ਹਮੇਸ਼ਾ ਹਫੀ ਹੋਈ ਹੁੰਦੀ ਹੈ, ਜਿਵੇਂ ਕਿਤੋਂ ਭੱਜ ਕੇ ਆ ਰਹੀ ਹੋਵਾਂ। ਸ਼ਾਇਦ ਉਹ ਇਹ ਸੋਚ ਕੇ ਹੈਰਾਨ ਹੁੰਦੇ ਹੋਣਗੇ ਕਿ ਇਹਨਾਂ 3 ਕਮਰਿਆਂ ਵਿੱਚ ਇਹੋ ਜਿਹਾ ਕੀ ਹੈ ਜੋ ਮੈਂ ਫੜਨਾ ਚਾਹੁੰਦੀ ਹਾਂ, ਜਿਸ ਦੀ ਤਲਾਸ਼ ਵਿੱਚ ਮੈਂ ਕਈ ਸਾਲਾਂ ਤੋਂ ਦੌੜ ਰਹੀ ਹਾਂ ਅਤੇ ਮੇਰੀ ਆਵਾਜ਼ ਹਮੇਸ਼ਾ ਹਫੀ ਰਹਿੰਦੀ ਹੈ। ਮੈਂ ਜਾਣਦੀ ਹਾਂ ਮੈਨੂੰ ਕਿਸ ਸ਼ੈ ਦੀ ਤਲਾਸ਼ ਹੈ। ਇਹ ਕਿਹੜੀ ਵਾਟ ਹੈ ਜੋ ਸਾਲਾਂ ਸਦੀਆਂ ਤੋਂ ਕਰ ਰਹੀ ਹਾਂ, ਪਰ ਇਹ ਮੁੱਕਦੀ ਨਹੀਂ। ਘਰ ਦੇ ਅੰਦਰ ਅਤੇ ਬਾਹਰ ਦੀ ਯਾਤਰਾ ਦਾ ਕੋਈ ਸਿਲਸਿਲਾ ਨਹੀਂ ਹੈ। ਨਾ ਹੀ ਇਸ ਯਾਤਰਾ ਦਾ ਕੋਈ ਠੀਕ ਸਿਲਸਿਲਾ ਹੈ ਅਤੇ ਨਾ ਹੀ ਮੇਰੇ ਲਿਖਣ ਦਾ। ਉਂਝ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਮੇਰੀ ਕਲਮ ਅਤੇ ਮੇਰਾ ਵਕਤ ਚੋਰੀ ਹੋ ਚੁੱਕੇ ਹਨ। ਮੇਰੇ ਕੋਲ ਜੋ ਬਚਿਆ ਹੈ ਉਹ ਪੂਰਾ ਨਹੀਂ ਹੈ। ਇਸ ਲਈ ਤੁਹਾਨੂੰ ਮੇਰੇ ਲਿਖੇ ਨੂੰ ਰੁਕ ਕੇ ਅਤੇ ਟੁਕੜਿਆਂ ਵਿੱਚ ਜੋੜ ਕੇ ਪੜ੍ਹਨਾ ਪਵੇਗਾ। ਜਦੋਂ ਮੈਨੂੰ ਕੁਝ ਅਧੂਰਾ ਮਿਲਿਆ ਹੈ ਤਾਂ ਮੈਂ ਤੁਹਾਨੂੰ ਇੱਕ ਪੂਰੀ ਸੁਵਿਧਾ ਕਥਾ ਕਿਵੇਂ ਦੇ ਸਕਦੀ ਹਾਂ, ਪਰ ਇਹ ਜ਼ਰੂਰ ਕਹਾਂਗੀ ਕਿ ਮੈਂ ਜੋ ਲਿਖ ਰਹੀ ਹਾਂ ਉਹ ਸੱਚ ਹੈ। ਇਸ ਵਿੱਚ ਕੋਈ ਝੂਠ, ਬਨਾਵਟ ਜਾਂ ਸਾਜ਼ੋ ਸਜਾਵਟ ਨਹੀਂ ਹੈ। ਮੈਂ ਮੰਨਦੀ ਹਾਂ ਕਿ ਹੁਣ ਤੱਕ ਤੁਸੀਂ ਮੇਰੇ ਬਾਰੇ ਜੋ ਕੁਝ ਪੜ੍ਹਿਆ ਹੈ ਇਹ ਸੱਚ ਉਸ ਤੋਂ ਅਲੱਗ ਹੈ। ਮੇਰਾ ਯਕੀਨ ਕਰਨਾ ਕਿ ਅੱਜ ਤੱਕ ਤੁਸੀਂ ਮੇਰੇ ਬਾਰੇ ਜੋ ਜਾਣਿਆ ਜਾਂ ਸਮਝਿਆ ਹੈ ਉਹ ਦੂਜੇ ਘਰਾਣੇ ਦੇ ਰਿਸ਼ੀਆਂ ਦੁਆਰਾ ਲਿਖਿਆ ਗਿਆ ਹੈ।
ਉਹ ਵੀ ਇਸ ਬਾਰੇ ਨਹੀਂ ਹੈ ਕਿ ਮੈਂ ਕੀ ਹਾਂ, ਮੇਰੇ ਸੁਪਨੇ ਕੀ ਹਨ ਜਾਂ ਮੇਰੀ ਖੁਸ਼ੀ ਕਾਹਦੇ ਵਿੱਚ ਹੈ, ਸਗੋਂ ਉਹ ਦੱਸਦਾ ਹੈ ਕਿ ਮੈਨੂੰ ਕੀ ਹੋਣਾ ਚਾਹੀਦਾ ਹੈ। ਉਸ ਲੇਖਣੀ ਵਿੱਚ ਮੇਰੇ ਲਈ ਇਹ ਦੱਸਿਆ ਗਿਆ ਹੈ ਕਿ ਮੈਨੂੰ ਕਿਸ ਸਥਿਤੀ ਵਿੱਚ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਲਈ ਇਹ ਨਿਯਮ ਬਹੁਤ ਤਾਕਤਵਰ ਲੋਕਾਂ ਨੇ ਆਪਣੇ ਚਲਾਕ ਦਿਮਾਗਾਂ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਪੂਰੇ ਸੁਚੇਤ ਰੂਪ ਵਿੱਚ ਬਣਾਏ ਹਨ। ਇਹ ਸਭ ਕੁਝ ਬਹੁਤ ਸੁੰਦਰ, ਸੋਹਲ ਅਤੇ ਮੁਹਾਵਰੇਦਾਰ ਭਾਸ਼ਾ ਵਿੱਚ ਲਿਖਿਆ ਗਿਆ ਹੈ। ਤੁਸੀਂ ਮੇਰੇ ਬਾਰੇ ਇਹ ਸਭ ਇੰਨੇ ਸਾਲਾਂ ਤੋਂ ਪੜ੍ਹ ਸੁਣ ਰਹੇ ਹੋ ਕਿ ਤੁਹਾਨੂੰ ਵੀ ਮੇਰੇ ਲਈ ਇਹੋ ਸੱਚ ਸੁੰਦਰ ਅਤੇ ਜ਼ਰੂਰੀ ਵੀ ਲੱਗਦਾ ਹੈ। ਅਗਲਾ ਸਿਰਲੇਖ ਹੈ, ਮੈਂ ਕੁਝ ਕਰਨਾ ਚਾਹੁੰਦੀ ਹਾਂ। ਇਸ ਪ੍ਰਚਲਿਤ ਸੱਚ ਦੇ ਖਿਲਾਫ ਮੇਰੇ ਕੋਲ ਕੋਈ ਬਹੁਤੀ ਸਿੱਖਿਆ ਵੀ ਨਹੀਂ। ਮੇਰੇ ਕੋਲ ਭਾਸ਼ਾ ਦਾ ਵੀ ਬਹੁਤਾ ਗਿਆਨ ਨਹੀਂ। ਪ੍ਰਤੀਕ ਅਤੇ ਮੁਹਾਵਰੇ ਤਾਂ ਬਿਲਕੁਲ ਸਮਝ ਵਿੱਚ ਹੀ ਨਹੀਂ ਆਉਂਦੇ। ਮੈਨੂੰ ਕਦੇ ਇੰਨਾ ਵਕਤ ਨਹੀਂ ਮਿਲਿਆ ਕਿ ਮੈਂ ਆਪਣੀ ਭਾਸ਼ਾ ਨੂੰ ਸਵਾਰ ਸਕਦੀ। ਜੇਕਰ ਵਕਤ ਮਿਲਦਾ ਤਾਂ ਵੀ ਮੈਂ ਭਾਸ਼ਾ ਨਾਲੋਂ ਪਹਿਲਾਂ ਆਪਣੀ ਜ਼ਿੰਦਗੀ ਸਵਾਰਨੀ ਜ਼ਿਆਦਾ ਜ਼ਰੂਰੀ ਸਮਝਦੀ। ਪਰ ਮੇਰੇ ਕੋਲ ਆਪਣੀ ਤਲਾਸ਼ ਹੈ ਅਤੇ ਜਾਂ ਫਿਰ ਮੈਨੂੰ ਆਪਣੀ ਤਲਾਸ਼ ਦੀ ਤਲਾਸ਼ ਹੈ। ਮੈਨੂੰ ਵਾਰ-ਵਾਰ ਲੱਗਦਾ ਹੈ ਕਿ ਮੈਂ ਕੁਝ ਕਰਨਾ ਹੈ, ਕੁਝ ਖਾਸ, ਕੁਝ ਆਪਣਾ, ਕੁਝ ਵੱਡਾ ਅਤੇ ਕੁਝ ਇਹੋ ਜਿਹਾ ਜਿਸ ਦੀ ਖੁਸ਼ਬੂ ਇਹਨਾਂ 3 ਕਮਰਿਆਂ ਤੋਂ ਬਾਹਰ ਵੀ ਫੈਲੇ। ਇਹ ਕੁਝ ਕਰਨ ਦੀ ਇੱਛਾ ਇੰਨੀ ਜ਼ਬਰਦਸਤ ਹੈ ਕਿ ਇੱਕ ਵਾਰ ਇੱਕ 50 ਸਾਲ ਦੀ ਚੰਗੇ ਘਰ ਦੀ ਪਤੀ ਅਤੇ ਪੁੱਤਰਾਂ ਦੀ ਮਹਿਮਾ ਨਾਲ ਸ਼ਿੰਗਾਰੀ ਔਰਤ ਨੇ ਮੈਨੂੰ ਕਿਹਾ ਕਿ ਜੇਕਰ ਉਸਨੂੰ ਪਾਪੜ ਬਣਾ ਕੇ ਵੀ ਕੁਝ ਪੈਸੇ ਕਮਾਉਣ ਅਤੇ ਕੁਝ ਕਰਨ ਦੀ ਇਜਾਜ਼ਤ ਮਿਲੇ ਤਾਂ ਉਹ ਕਰੇਗੀ। ਇਹ ਨਾ ਸੋਚੋ ਕਿ ਉਸਨੇ ਕੋਈ ਖਾਸ ਗੱਲ ਕਹੀ ਜਾਂ ਕੋਈ ਖਾਸ ਕੰਮ ਕਰਨਾ ਚਾਹਿਆ। ਉਸਨੇ ਉਹੀ ਪਾਪੜ ਬਣਾਉਣੇ ਚਾਹੇ ਜੋ ਉਹ ਵਿਆਹ ਤੋਂ ਪਹਿਲਾਂ ਆਪਣੀ ਮਾਂ ਨਾਲ ਬਣਾਉਂਦੀ ਸੀ। ਫਿਰ 18 ਸਾਲ ਦੀ ਉਮਰ ਵਿੱਚ ਵਿਆਹ ਹੋਣ ਤੋਂ ਬਾਅਦ 50 ਸਾਲ ਤੱਕ ਉਸਨੇ ਪਾਪੜ ਬਣਾਏ। ਆਲੂ ਦੇ ਪਾਪੜ, ਸਾਬੂਦਾਣੇ ਦੇ ਪਾਪੜ, ਚੌਲਾਂ ਦੇ ਪਾਪੜ ਅਤੇ ਪਤਾ ਨਹੀਂ ਕਿਸ ਚੀਜ਼ ਦੇ ਪਾਪੜ। ਕਿੰਨੇ ਪਾਪੜ ਸੇਕੇ, ਤਲੇ ਅਤੇ ਘਰ-ਬਾਰ ਵਾਲਿਆਂ ਨੂੰ ਖਵਾਏ। ਕਦੇ ਪਾਪੜਾਂ ਦੀ ਸਬਜ਼ੀ ਬਣਾਈ, ਕਦੇ ਕੜੀ ਬਣਾਈ, ਪਰ ਫਿਰ ਵੀ ਉਸ 50 ਸਾਲ ਦੀ ਔਰਤ ਦਾ ਪਾਪੜ ਬਣਾਉਣ ਤੋਂ ਦਿਲ ਨਹੀਂ ਭਰਿਆ ਅਤੇ ਉਸਨੇ ਕਿਹਾ ਕਿ ਜੇਕਰ ਮੌਕਾ ਅਤੇ ਇਜਾਜ਼ਤ ਮਿਲੇ ਤਾਂ। ਫਿਰ ਇੱਕ ਵਾਰ ਇੱਕ ਅਮੀਰ ਘਰ ਦੀ ਔਰਤ ਜੋ ਸੁਵਿਧਾਵਾਂ ਵਿੱਚ ਨੱਕੋ ਨੱਕ ਡੁੱਬੀ ਸੀ ਨੇ ਕਿਹਾ ਕਿ ਜੇਕਰ ਚਪੜਾਸੀ ਬਣ ਕੇ ਵੀ ਜਿਉਣਾ ਪਵੇ ਤਾਂ ਇਸ ਜੀਵਨ ਤੋਂ ਬਿਹਤਰ ਹੈ।